ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਕਰੰਟ ਅਫੇਅਰ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਖਬਰਾਂ ਦੇ ਉੱਤੇ ਕਰਾਂਗੇ ਚਰਚਾ ਤੇ ਮੇਰਾ ਸਾਥ ਦੇਣਗੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ। ਸੋ ਪੱਟੀ ਸਾਹਿਬ ਦੇ ਨਾਲ ਫਤਿਹ ਦੀ ਸਾਂਝ ਪਾਉਂਦੇ ਆ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਪਰਮਿੰਦਰ ਸਿੰਘ ਢੀਂਡਸਾ, ਸੁਖਦੇਵ ਸਿੰਘ ਢੀਂਡਸਾ ਦੋਵਾਂ ਨੂੰ ਅਕਾਲੀ ਦਲ ਚੋਂ ਮੁਅੱਤਲ ਕੀਤਾ ਗਿਆ ਆ। ਇਸ ਮੁਅੱਤਲੀ ਮੌਕੇ ਦੇ ਉੱਤੇ ਚੰਦੂ ਮਾਜਰਾ ਦੀ ਗੈਰ ਹਾਜ਼ਰੀ ਜਿਹੜੀ ਆ ਉਹ ਰੜਕੀ ਆ। ਕੀ ਚੰਦੂ ਮਾਜਰਾ ਜਾਣਬੁੱਝ ਕੇ ਗੈਰ ਹਾਜ਼ਰ ਸਨ ਜਾਂ ਫਿਰ ਆਉਂਦੇ ਦਿਨਾਂ ਦੇ ਵਿੱਚ ਚੰਦੂ ਮਾਜਰਾ ਵੀ ਸੁਖਦੇਵ ਸਿੰਘ ਢੀਂਡਸਾ ਵਾਲੀ ਟੀਮ 'ਚ ਨਜ਼ਰ ਆਉਣਗੇ ਜਾਂ ਕੀ ਪ੍ਰੈਡਿਕਟ ਕੀਤਾ ਜਾ ਰਿਹਾ ਆ ਕਿ ਕਿਹੜੇ ਹੋਰ ਅਕਾਲੀ ਜਿਹੜੇ ਆ ਉਹ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਜਿਹੜਾ ਜਾ ਸਕਦੇ ਆ? ਜਿੱਥੋਂ ਤੱਕ ਚੰਦੂ ਮਾਜਰੇ ਦੀ ਗੱਲ ਹੈ ਜੀ, ਪ੍ਰੇਮ ਸਿੰਘ ਚੰਦੂ ਮਾਜਰਾ ਜਥੇਦਾਰ ਗੁਰਚਰਨ ਸਿੰਘ ਟੋੜਾ ਦਾ ਚੇਲਾ ਸੀ। ਇਹ ਪਹਿਲਾਂ ਇਹ ਕਾਮੜ ਕਹਿ ਜਾਂਦੇ ਨੇ, ਜਥੇਦਾਰ ਟੋੜਾ ਵੀ ਤੇ ਵੀ ਕਾਮੜ ਸੋਚਦੇ ਬੰਦੇ ਨੇ ਜੀ। ਲੇਕਿਨ ਬਰਨਾਲਾ ਸਰਕਾਰ ਦੇ ਵਿੱਚ ਜਦੋਂ ਇਹ ਮੰਤਰੀ ਬਣੇ ਸੀ ਕੁਆਪਟ ਦੇ, ਉਦੋਂ ਇਹਨਾਂ ਤੇ ਬੜੇ ਸੰਗੀਨ ਇਲਜ਼ਾਮ ਲੱਗੇ ਸੀ ਭ੍ਰਿਸ਼ਟਾਚਾਰ ਦੇ। ਉਹ ਸੱਚੇ ਸੀ ਝੂਠੇ ਸੀ ਉਹਦੇ ਬਾਰੇ ਨਹੀਂ ਪਤਾ, ਲੇਕਿਨ ਜਦੋਂ ਇਹਨੇ ਜਾ ਕੇ ਕਾਦਰੋਂ ਫੜਿਆ ਸੀ ਡੀਜੀਪੀ ਤਤਕਾਲੀ ਰਿਬੈਰੋ ਨੂੰ ਵੀ ਸਰਕਾਰ ਸਾਡੀ ਆ, ਤੂੰ ਆਪਣੀ ਮਨਮਨੀਆਂ ਕੌਣ ਕਰਨ ਵਾਲਾ ਹੋਵੇਗਾ। ਤੇ ਜਦੋਂ ਸਰਕਾਰ ਟੁੱਟੀ ਸੀ ਤੇ ਚੰਦੂ ਮਾਜਰਾ ਨੂੰ ਅਗਲਿਆਂ ਨੇ ਜਿਹੜਾ ਸੀ ਸੈਕਟਰੀ ਥੱਲੇ ਨਹੀਂ ਉਤਰਨ ਦਿੱਤਾ, ਉੱਥੇ ਗ੍ਰਿਫਤਾਰ ਕਰ ਲਿਆ ਸੀ ਜੀ। ਤੇ ਚੰਦੂ ਮਾਜਰਾ ਸਾਹਿਬ ਜਿਹੜੇ ਉਹ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਜੀ, MLA ਵੀ ਰਹੇ ਨੇ, ਮੰਤਰੀ ਵੀ ਰਹੇ ਨੇ। ਤੇ ਚੰਦੂ ਮਾਜਰਾ ਦਾ ਆਪਣਾ ਇੱਕ ਸਟੇਟਸ ਅਕਾਲੀ ਦਲ ਦੇ ਵਿੱਚ, ਉਹ ਗੱਲ ਕਰਨੀ ਵੀ ਜਾਣਦੇ, ਸਮਝਾਉਣੀ ਵੀ ਜਾਣਦੇ, ਚੰਗੇ ਪੜ੍ਹੇ ਲਿਖੇ ਬੰਦੇ ਨੇ, ਪ੍ਰੋਫੈਸਰ ਨੇ ਬੇਸਿਕਲੀ ਜੀ। ਤੇ ਜਿਹੜੀ 3-4 ਦਿਨ ਪਹਿਲਾਂ ਇਹਨਾਂ ਦੀ ਮੀਟਿੰਗ ਕੋਰ ਕਮੇਟੀ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਈ ਆ, ਉਹਦੇ ਕੋਰ ਕਮੇਟੀ ਦੇ ਵਿੱਚ ਚੰਦੂ ਮਾਜਰਾ ਗੈਰ ਹਾਜ਼ਰ ਰਹੇ ਨੇ। ਇਹਨਾਂ ਦੀ ਗੈਰ ਹਾਜ਼ਰੀ ਇਹ ਸੰਕੇਤ ਦਿੰਦੀ ਆ ਵੀ ਕਿਤੇ ਨਾ ਕਿਤੇ ਉਹ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਉਹ ਵੀ ਖੁਸ਼ ਨਹੀਂ, ਉਹ ਵੀ ਸਰਦਾਰ ਢੀਂਡਸਾ ਦੇ ਹੱਕ 'ਚ ਕਿਸੇ ਵੇਲੇ ਭੁਗ ਸਕਦੇ ਨੇ। ਉਸ ਤੋਂ ਬਾਅਦ ਉਹਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ, ਲੇਕਿਨ ਉਹਨਾਂ ਇੱਕ ਲਫ਼ਜ਼ ਵੀ ਢੀਂਡਸਾ ਦੇ ਖਿਲਾਫ ਨਹੀਂ ਕੀਤਾ ਜੀ। ਲੇਕਿਨ ਕੱਲ ਇਹਨਾਂ ਦਾ ਇੱਕ ਪ੍ਰੈਸ ਨੋਟ ਛਪਿਆ ਸੀ ਅਖਬਾਰ ਦੇ ਵਿੱਚ, ਜਿਹਦੇ ਵਿੱਚ ਚੰਦੂ ਮਾਜਰਾ ਦੇ ਮੂੰਹ 'ਚ ਪਾ ਕੇ ਢੀਂਡਸਾ ਦੇ ਬੜੇ ਹਮਲੇ ਕੀਤੇ ਗਏ ਸੀ, ਜਿਹਦੇ ਉੱਤੇ ਅੱਜ ਟਿੱਪਣੀ ਕਰਦੇ ਆ ਜੀ। ਚੰਦੂ ਮਾਜਰਾ ਨੇ ਕਿਹਾ ਵੀ ਇਹੋ ਜਿਹੀ ਭਾਸ਼ਾ ਜੇ ਢੀਂਡਸੇ ਤੇ ਵਰਤਦੇ ਹੋ, ਮੈਂ ਸਹਿਮਤ ਨਹੀਂ, ਨਾ ਮੈਂ ਵਰਤ ਸਕਦਾ ਵਾਂ। ਜਿਹੜੀ ਇਹ ਸੰਕੇਤ ਦਿੰਦਾ ਵੀ ਚੰਦੂ ਮਾਜਰਾ ਵੀ ਕਿਸੇ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਜੀ ਬਗਾਵਤ ਕਰਕੇ ਜਿਹੜਾ ਵਾ ਉਹ ਢੀਂਡਸਾ ਦਾ ਸਾਥ ਦੇ ਸਕਦੇ ਨੇ ਜੀ। ਇਸ ਵੇਲੇ ਸਿਚੁਏਸ਼ਨ ਇਹ ਬਣੀ ਹੈ ਜੀ, 2022 ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਹੈ ਜੀ। ਜਿਹੜੇ ਸਾਡੇ ਭਾਈ ਰਣਜੀਤ ਸਿੰਘ ਹੋਰੀ ਉਹ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਦੋਹੀਂ ਹੱਥੀ ਲੱਗੇ ਤੇ ਚੰਗਾ ਲੱਕ ਬੰਨ੍ਹ ਕੇ ਲੱਗੇ ਨੇ ਪ੍ਰਚਾਰ ਕਰਨ ਵਾਸਤੇ ਜੀ। ਰਵਿੰਦਰ ਸਿੰਘ ਹੋਰਾਂ ਕਹਿ ਦਿੱਤਾ ਜੀ ਮੈਂ ਸਿਰਫ ਸ਼੍ਰੋਮਣੀ ਕਮੇਟੀ ਤੱਕ ਸੀਮਤ ਤੇ ਮੇਰਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਜੀ। ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ ਨੇ, ਉਹਨਾਂ ਨੇ ਪੂਰਾ ਆਪਣਾ ਜ਼ੋਰ ਲਾਈ ਜਾ ਰਹੇ ਨੇ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਉਣ ਤਾਂ ਉੱਥੋਂ ਅਸੀਂ ਇੱਕ ਪਰਿਵਾਰ ਦਾ ਸਿੱਕਾ ਖਤਮ ਕਰਕੇ ਤੇ ਉੱਥੇ ਧਾਰਮਿਕ ਵਿਅਕਤੀਆਂ ਦੀ ਕਮੇਟੀ ਬਣਾਈ ਜਾਵੇ। ਉਹ ਬਣਦੀ ਜਾਂ ਨਹੀਂ ਬਣਦੀ ਉਹ ਤਾਂ ਭਵਿੱਖ ਦੀ ਬੁੱਕਲ ਛੁਪਿਆ ਵਾ ਜੀ। ਲੇਕਿਨ ਚੰਦੂ ਮਾਜਰੇ ਦਾ ਜਿਹੜਾ ਅੱਜ ਦਾ ਬਿਆਨ ਸੰਕੇਤ ਦਿੰਦਾ ਵੀ ਉਹ ਢੀਂਡਸਾ ਦੇ ਨਾਲ ਜਾਣ ਲਈ ਤਿਆਰ, ਉਹ ਅੱਜ ਚੱਲ ਜੇ, ਕੱਲ੍ਹ ਚੱਲ ਜੇ, ਪਰਸੋਂ ਚੱਲ ਜੇ। ਜੇ ਚੰਦੂ ਮਾਜਰਾ ਚਲੇ ਜਾਂਦੇ ਆ ਤੇ ਫਿਰ ਮੈਂ ਸੋਚਦਾ ਵੀ ਹੋਰ ਲੀਡਰਾਂ ਦੀ ਵੀ ਆਸ, ਜਿਵੇਂ ਜਥੇਦਾਰ ਤੋਤਾ ਸਿੰਘ ਹੈ, ਬੀਬੀ ਜਗੀਰ ਕੌਰ, ਇਹ ਵੀ ਜਾ ਸਕਦੇ ਨੇ ਢੀਂਡਸੇ ਦੇ ਨਾਲ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹ ਮੰਚ ਬਣੇਗਾ। ਐਤਕੀ ਜਿਹੜੀ ਇਲੈਕਸ਼ਨ ਹੋਏਗੀ ਉਹ 4 ਤਰੀਕ ਹੋਏਗੀ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਨਾਲ ਤੁਹਾਡੀ ਕਾਂਗਰਸ ਨੂੰ ਕਿਸੇ ਪੁੱਛਣਾ ਨਹੀਂ ਜੀ। ਇਹ 4 ਤਰੀਕ ਮੰਚ ਬਣੇਗਾ ਕਿ ਪੀੜੇ ਗੱਠਜੋੜ ਬਣ ਜਾਏਗਾ, ਇੱਕ ਆਮ ਆਦਮੀ ਪਾਰਟੀ ਗੱਠਜੋੜ ਬਣ ਜਾਏਗਾ। ਇਹ ਸਾਰਾ ਗੱਠਜੋੜ ਬਣ ਕੇ ਇਲੈਕਸ਼ਨ ਲੜੀ ਜਾਏਗੀ। ਤੇ ਜਿਸ ਤਰੀਕੇ ਨਾਲ ਢੀਂਡਸਾ ਸਾਹਿਬ ਜਿਹੜੀ ਉਹ ਸਹੀ ਆਪਣੀ ਤੇਜ਼ੀ ਫੜ ਰਿਹਾ, ਉਸ ਹਿਸਾਬ ਨਾਲ ਲੱਗਦਾ ਵੀ ਅਜੇ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਬਾਦਲ ਨੂੰ ਹੋਰ ਖਰਾ ਲੱਗੇਗਾ। ਇਹਦੇ ਉੱਤੇ ਪਰਮਿੰਦਰ ਢੀਂਡਸਾ ਨੇ ਇੱਕ ਸਪਸ਼ਟ ਜ਼ਰੂਰ ਕੀਤਾ ਵਾ ਜੀ। ਉਹਨੇ ਕਿਹਾ ਜਿਹੜੀ ਨੋਟਿਸ ਦੇਣ ਦੀ ਗੱਲ ਕੀਤੀ, ਸਾਨੂੰ ਅਜੇ ਤੱਕ ਕੋਈ ਨੋਟਿਸ ਨਹੀਂ ਮਿਲਿਆ। ਜਦੋਂ ਨੋਟਿਸ ਮਿਲੇਗਾ ਤਾਂ ਠੋਕ ਵਜਾ ਕੇ ਜਵਾਬ ਦਿੱਤਾ ਜਾਏਗਾ ਜੀ। ਪੱਟੀ ਸਾਹਿਬ, ਸਰਕਾਰ ਦੀ ਗੱਲ ਕਰੀਏ, ਸਰਕਾਰੀ ਤੌਰ ਦੇ ਉੱਤੇ ਕਿਸਾਨਾਂ ਦੇ ਨਾਲ ਬੜੇ ਵਾਅਦੇ ਕੀਤੇ ਗਏ ਸੀ ਸੱਤਾ 'ਚ ਆਉਣ ਤੋਂ ਪਹਿਲਾਂ, ਤੇ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਉਹ ਵਾਅਦੇ ਜਿਹੜੇ ਆ ਵਫਾ ਨਹੀਂ ਹੋ ਸਕੇ। ਤੇ ਹੁਣ ਉਹ ਵਾਅਦੇ ਜਿਹੜੇ ਵਫਾ ਕੀ ਹੋਣੇ ਸੀਗੇ ਟੁੱਟਦੇ ਨਜ਼ਰ ਆ ਰਹੇ ਆ। ਕਿਸਾਨਾਂ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਜਾਵੇਗੀ। ਸਰਕਾਰ ਨੇ ਅਜਿਹੀਆਂ ਗੱਲਾਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਨੋਟਿਸ ਜਿਹੜੇ ਆ ਉਹ ਵੀ ਸੁਸਾਇਟੀਆਂ ਦੀ ਗੱਲ ਕਰੀਏ, ਕੋਆਪਰੇਟਿਵ ਸੁਸਾਇਟੀਆਂ ਦੀ, ਤਾਂ ਉਹਨਾਂ ਦੇ ਜਿਹੜੇ ਨਾਲ ਸੰਬੰਧਿਤ ਬੈਂਕ ਨੇ ਉਹਨਾਂ ਦੇ ਵਿੱਚ ਜਿਹੜੀਆਂ ਫੋਟੋਆਂ ਕਿਸਾਨਾਂ ਦੀਆਂ ਉਹ ਫਿਰ ਲੱਗਣੀਆਂ ਸ਼ੁਰੂ ਹੋ ਗਈਆਂ। ਜਿੱਥੋਂ ਤੱਕ ਸਾਡੀ ਵਾਅਦਿਆਂ ਦੀ ਗੱਲ ਹੈ ਜੀ,
ਜਿੰਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਬਣਨ ਲਈ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰ ਲਏ ਸੀਗੇ ਜੀ ਉਹ ਵਾਅਦੇ ਮੈਂ ਸੋਚਦਾ ਵੀ ਜੇ 1000 ਸਾਲ ਵੀ ਮੁੱਖ ਮੰਤਰੀ ਬਣੇ ਰਹਿਣ ਤੇ ਸਰਕਾਰ ਦੀ ਹਾਲੇ ਰਵੇ ਤੇ ਫਿਰ ਵੀ ਪੂਰੇ ਹੋ ਸਕਦੇ। ਤੇ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਹੁਣ ਗੱਲ ਕੀਤੀ ਆ ਵੇਖੋ ਜਿਹੜੀ ਕਿਹਾ ਸੀ ਮੈਂ ਸਾਰੇ ਕਰਜ਼ੇ ਮਾਫ ਕਰ ਦੂੰ, ਆੜ੍ਹਤੀ ਨੇ ਕਰ ਦੂੰਗਾ, ਦੂਜੇ ਕਰ ਦੂੰਗਾ, ਤੀਜੇ ਕਰਦੇ, ਅਜੇ ਤੱਕ ਉਹਨਾਂ ਦਾ ਕੋਈ ਰੂਹਾਂ ਧੂੰਆਂ ਨਹੀਂ। 2 ਲੱਖ ਦੀ ਗੱਲ ਕੀਤੀ ਗਈ, ਉਹ ਵੀ ਕੁਝ ਕਿਸਾਨਾਂ ਦੇ ਮਾਫ ਹੋਏ, ਕੁਝ ਦੇ ਨਹੀਂ ਮਾਫ ਹੋਏ ਜੀ। ਉਹ ਵੀ ਸਿਰਫ ਉਹ ਮਾਫ ਹੋਏ ਜਿਹੜੇ ਸਹਿਕਾਰੀ ਬੈਂਕਾਂ ਕੋਲੋਂ, ਕੋਆਪਰੇਟਿਵ ਬੈਂਕ ਜਿਹੜੇ ਪੰਜਾਬ ਸਰਕਾਰ ਦੇ ਸੀ ਉਹਨਾਂ ਕੋਲ ਕਰਜ਼ੇ ਲੈ ਸੀ ਉਹ ਮਾਫ ਹੋਏ, ਲੇਕਿਨ ਨੈਸ਼ਨਲ ਬੈਂਕ ਦਾ ਕੋਈ ਕਰਜ਼ਾ ਮਾਫ ਨਹੀਂ ਹੋਇਆ ਜੀ। ਅੱਗੇ ਅਸੀਂ ਚਲੇ ਜਾਂਦੇ ਹਾਂ ਜੀ। ਹੁਣ ਜਿਹੜੀ ਖੁਦਕੁਸ਼ੀ ਕਰ ਰਹੇ ਕਿਸਾਨਾਂ, ਖੁਦਕੁਸ਼ੀ ਕਿਸਾਨਾਂ ਦੀ ਜਿਹੜੀ ਆ 2528 ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ ਨੇ ਆਪਣੀਆਂ ਐਪਲੀਕੇਸ਼ਨ ਦਿੱਤੀਆਂ ਵੀ ਸਾਡੇ ਪਰਿਵਾਰ ਦਾ ਜੀ ਮਰ ਗਿਆ ਵਾ, ਸਾਨੂੰ 3 ਲੱਖ ਤੋਂ ਵਧਾ ਕੇ ਸਰਕਾਰ ਨੇ 5 ਲੱਖ ਦੀ ਸਹਾਇਤਾ ਰਾਸ਼ੀ ਗੱਲ ਕੀਤੀ ਸੀ, ਜਿਹੜਾ ਕਰਜ਼ਾ ਸਾਰਾ ਮਾਫ ਕਰਨ ਦੀ ਗੱਲ ਕੀਤੀ ਸੀ, ਉਹ ਕੀਤਾ ਜਾਵੇ। ਉਹਦੇ ਵਿੱਚ ਜਦੋਂ ਉਹਦੀ ਸਾਰੀ ਵੈਰੀਫਿਕੇਸ਼ਨ ਕੀਤੀ ਗਈ ਸਿਰਫ 982 ਐਪਲੀਕੇਸ਼ਨਾਂ ਪ੍ਰਵਾਨ ਕੀਤੀਆਂ, ਮਤਲਬ ਕਿ ਸਿਰਫ 39% ਦੀ ਸਰਕਾਰ ਨੇ ਐਪਲੀਕੇਸ਼ਨ ਪ੍ਰਵਾਨ ਕੀਤੀਆਂ ਵਾ, 61% ਦੀ ਰਿਜੈਕਟ ਕਰਤੀਆਂ। ਉਹਨਾਂ ਦਾ ਮੁੱਖ ਕਾਰਨ ਕੀ ਹੈ ਜੀ? ਕੋਈ ਜਦੋਂ ਕਿਸਾਨ ਖੁਦਕੁਸ਼ੀ ਕਰਦਾ ਉਹਦੀ 174 ਦੀ ਕਾਰਵਾਈ ਜਿਹੜੀ ਪੁਲਿਸ ਕੋਲ ਕਰਾਉਣੀ ਪੈਂਦੀ ਹੈ, ਨਾਲ ਉਹਦਾ ਪੋਸਟਮਾਰਟਮ ਕਰਾਉਣਾ ਪੈਂਦਾ, ਤੇ ਇਹਨਾਂ ਲੋਕਾਂ ਨਹੀਂ ਕਰਾਇਆ। ਉਹ ਜਿਹੜੇ ਉਹ ਆਪਣਾ ਜਿਹੜਾ ਵਾ ਜਿਹੜੀ ਉਹ ਸਹਾਇਤਾ ਲੈਣ ਦੇ ਅਧਿਕਾਰ 'ਚ ਨਹੀਂ ਆਉਂਦੇ। ਹੁਣ ਉਹ ਕਹਿ ਰਿਹਾ ਵੀ ਸਾਡੇ ਬੰਦੇ ਨੇ ਖੁਦਕੁਸ਼ੀ ਕੀਤੀ, ਸਾਨੂੰ ਸਹਾਇਤਾ ਦਿੱਤੀ ਜਾਵੇ ਜੀ। ਬਣਦਾ ਤੇ ਇਹ ਆ ਵੀ ਪਿੰਡ ਦੇ ਸਰਪੰਚ ਕੋਲ ਲਿਖਾਇਆ ਜਾਵੇ ਤੇ ਮੁੜ ਕੇ ਆਪਣਾ ਕੋਈ ਵੀਡੀਓ ਜਾਂ ਆਪਣਾ ਕੋਈ ਸੈਕਟਰੀ ਭੇਜ ਕੇ ਜਾਂਚ ਕਰੋ ਜੀ ਵਾਕਿਆ ਵੀ ਕਿਸਾਨ ਨੇ ਇਸ ਕਰਕੇ ਖੁਦਕੁਸ਼ੀ ਕੀਤੀ ਹੈ। ਉਹ ਨਹੀਂ ਕਰਵਾ ਰਹੇ, ਉਹ ਸਿਰਫ ਇੱਕੋ ਕਰ ਰਿਹਾ ਵੀ ਇੱਕ ਉਸ ਕਿਸਾਨ ਦੇ ਨਾਂ ਤੇ ਕਰਜ਼ਾ ਵਾ, ਦੂਸਰਾ ਉਸ ਕਿਸਾਨ ਨਾਲ ਜ਼ਮੀਨ ਆ ਜੀ। ਹੁਣ ਇੱਕ ਬੰਦਾ ਵਾ, ਉਹਦਾ ਬਾਪ ਮਰ ਗਿਆ ਵਾ, ਪੁੱਤ ਹੈਗਾ ਵਾ, ਬੈਂਕ ਨੇ ਬਾਪ ਨੇ ਕਰਜ਼ਾ ਲਿਆ ਸੀ, ਪੁੱਤ ਜਿਹੜਾ ਉਹ ਕਮਾਈ ਕਰ ਰਿਹਾ ਵਾ, ਕਰਜ਼ਾ ਨਹੀਂ ਦੇ ਪਾਉਂਦਾ, ਉਹ ਸੁਸਾਈਡ ਕਰ ਜਾਂਦਾ ਵਾ ਤੇ ਉਹ ਕਰਜ਼ਾ ਮਾਫ ਨਹੀਂ ਹੋਏਗਾ ਜੀ। ਤੇ ਸਰਕਾਰ ਉਹ ਗਲਤ ਕਰ ਰਹੀ ਹੈ। ਸਰਕਾਰ ਨੂੰ ਚਾਹੀਦਾ ਤੇ ਇੱਕ ਕਮੇਟੀ ਬਣਾ ਕੇ 528 ਜਿਹੜੀਆਂ ਐਪਲੀਕੇਸ਼ਨ ਆਈਆਂ ਉਹਨਾਂ ਦੀ ਪੂਰੀ ਜਾਂਚ ਕਰੇ, ਜਿਹੜੇ ਯੋਗ ਹੈਗੇ ਸਾਰੇ ਕੱਢੇ ਜਾਣ, ਇਹ ਜਿਹੜੀਆਂ ਕੰਡੀਸ਼ਨ ਲਾਈਆਂ ਉਹ ਬੰਦ ਕੀਤੀਆਂ ਜਾਣ ਜੀ। ਤੇ ਨਹੀਂ ਤੇ ਲੋਕਾਂ ਦੇ ਵਿੱਚ ਇਹੀ ਜਾਏਗਾ ਵੀ ਸਰਕਾਰ ਸਾਡੇ ਧੋਖਾਧੜੀ ਕਰ ਰਹੀ ਆ, ਤੇ ਜਿਹੜੀ ਆਉਣ ਵਾਲੀ ਸਰਕਾਰ ਬਣਨੀ ਉਹ ਵੀ ਲੋਕਾਂ ਦੀਆਂ ਵੋਟਾਂ ਨਾਲ ਬਣਨੀ ਹੈ। ਤੇ ਇਸ ਕਰਕੇ ਜੇ ਸਰਕਾਰ ਨੇ ਨਾ ਕੀਤਾ ਤੇ ਇਹ ਗਾਜ ਦੇ ਡਿੱਗੀ ਤੇ ਬੜੀ ਬੁਰੀ ਤਰ੍ਹਾਂ ਡਿੱਗੇਗੀ ਜੀ। ਕੈਪਟਨ ਅਮਰਿੰਦਰ ਸਿੰਘ ਦੇ ਆਪ ਜਾਣੇ ਨਾਲ ਕਾਂਗਰਸ ਨੂੰ ਲੈ ਬਹਿਣਗੇ ਜੀ। ਹੁਣ ਮੈਂ ਇਹ ਕਹੂੰਗਾ ਇਹਨਾਂ ਬਾਰੇ ਵੀ ਜਾਂ ਤੇ ਪਾਲਿਸੀ ਬਣਾਓ ਤੁਸੀਂ ਆਪਣੀ ਵੀ ਅਸੀਂ ਕਰਜ਼ੇ ਮਾਫ ਕਰਨੇ ਹੀ ਨਹੀਂ, ਡਿਕਲੇਅਰ ਕਰ ਦਿਓ ਅਸੀਂ ਕਿਸੇ ਕਿਸਾਨ ਦੀ ਖੁਦਕੁਸ਼ੀ ਦੇ ਕੋਈ ਪੈਸਾ ਦੇਣੇ ਹੀ ਨਹੀਂ, ਜਿਹੜੇ ਵਾਅਦੇ ਕੀਤੇ ਉਹਨੂੰ ਗੰਗਾ ਦਰਿਆ 'ਚ ਨਦੀ 'ਚ ਰੋੜ ਦਿਓ ਤੁਸੀਂ, ਕਿਉਂ ਤੁਸੀਂ ਤੋੜਦੇ ਹੋ ਵਾਅਦੇ, ਖਤਮ ਕਰ ਦਿਓ ਤੁਸੀਂ, ਕਿਉਂ ਨਹੀਂ ਕਰਦੇ ਤੁਸੀਂ? ਇਸ ਕਰਕੇ ਕਿਸਾਨਾਂ ਨਾਲ ਵੀ ਧੋਖਾ ਕਰ ਰਹੀ ਆ। ਤੇ ਜਿਹੜੇ ਮਜ਼ਦੂਰ ਨੇ ਜੀ, ਜਿਨ੍ਹਾਂ ਮਜ਼ਦੂਰਾਂ ਦੇ ਖੁਦਕੁਸ਼ੀਆਂ ਉਹਨਾਂ ਦੇ 80% ਜਿਹੜੇ ਆ ਨਾ ਉਹ ਜਿਹੜੇ ਮਾਮਲੇ ਜਿਹੜੀ ਐਪਲੀਕੇਸ਼ਨ ਉਹ ਕੀਤੀਆਂ ਗਈਆਂ। ਪ੍ਰਤਾਪ ਸਿੰਘ ਬਾਜਵਾ ਦਾ ਵੀ ਇੱਕ ਮੈਂ ਬਿਆਨ ਪੜ੍ਹ ਰਿਹਾ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਕਾਂਗਰਸ ਨੂੰ ਬਦਲਣ ਦੀ ਲੋੜ ਨਹੀਂ, ਪੰਜਾਬ ਦੇ ਵਿੱਚ ਲੀਡਰਸ਼ਿਪ ਚੇਂਜ ਕਰਨੀ ਚਾਹੀਦੀ ਹੈ। ਨਹੀਂ, ਪ੍ਰਤਾਪ ਸਿੰਘ ਬਾਜਵਾ ਤੇ ਕਹਿੰਦੇ ਵੀ ਮੈਨੂੰ ਮੁੱਖ ਮੰਤਰੀ ਬਣਾ ਦੋ ਮੈਂ ਸਭ ਕੁਝ ਠੀਕ ਕਰ ਦੂੰ। ਮੈਂ ਤੁਹਾਨੂੰ ਕਹਿਤਾ ਵੀ ਜੋ ਸੂਬੇ ਦੀ ਸਾਡੀ ਹਾਲਾਤ ਆ, ਇਹਦੇ ਹਾਲਾਤ ਦੇ ਮੁਤਾਬਕ ਜਿਹੜੇ ਕਾਂਗਰਸ ਨੇ ਵਾਅਦੇ ਕੀਤੇ ਉਹ ਆਉਣ ਦੇ ਵਾਲੇ 1000 ਸਾਲ 'ਚ ਵੀ ਪੂਰੇ ਨਹੀਂ ਕੀਤੇ ਜਾ ਸਕਦੇ ਜੀ। ਜਾਂ ਇਹ ਆਪਣੀ ਨੀਤੀ ਤੇ ਨੀਤ ਸਪਸ਼ਟ ਕਰਨ ਤੇ ਫਿਰ ਗੱਲ ਬਣਦੀ ਆ, ਉਹ ਸਰਕਾਰ ਕਰਦੀ ਨਹੀਂ। ਤੇ ਪ੍ਰਤਾਪ ਸਿੰਘ ਬਾਜਵਾ ਤੇ ਕਹਿਣਗੇ ਮੈਨੂੰ ਮੁੱਖ ਮੰਤਰੀ ਬਣਾ ਦਿਓ, ਕਦੀ ਕਹਿੰਦੇ ਸਿੱਧੂ ਨੂੰ ਮੁੱਖ ਮੰਤਰੀ ਬਣਾ ਦਿਓ, ਉਹ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਗੱਲ ਕਰਦੇ ਉਹ ਕਰਨ ਜੀ। ਕਿਉਂਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਬਣੇ ਸੀ ਤੇ ਪ੍ਰਤਾਪ ਸਿੰਘ ਬਾਜਵੇ ਕੋਲੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਜ਼ੋਰ ਜ਼ਬਰ ਨਾਲ ਜਿਹੜੀ ਪ੍ਰਧਾਨਗੀ ਖੋਈ ਸੀ ਜੀ। ਬਿਲਕੁਲ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਜੇ 4 ਰੈਲੀਆਂ ਕਰਦਾ ਤੇ ਕੈਪਟਨ ਅਮਰਿੰਦਰ ਸਿੰਘ 8 ਰੈਲੀਆਂ ਦੇ ਬਰਾਬਰ ਕਰਦੇ ਸੀ ਵੱਖਰੀਆਂ। ਤੇ ਜਾ ਕੇ ਉਹਨਾਂ ਸੰਦੇਸ਼ ਦਿੱਤਾ ਸੀ ਸੈਂਟਰ ਨੂੰ ਵੀ ਵੇਖੋ ਜੀ ਮੈਂ ਕੰਮ ਜ਼ਿਆਦਾ ਕਰ ਰਿਹਾ, ਮੇਰੇ ਕੋਲ ਵੱਧ ਲੋਕ ਆ, ਮੇਰੇ ਨਾਲ ਲੋਕ ਸਮਝਦੇ ਤੇ ਧੱਕੇ ਨਾਲ ਉਹਦੇ ਕੋਲ ਖੋਈ ਸੀ ਨਾ ਪ੍ਰਧਾਨਗੀ। ਤੇ ਜਿਹਦੇ ਕੋਈ ਪ੍ਰਧਾਨਗੀ ਖੋਈ ਹੋਗੀ ਤਾਂ ਮੁੱਖ ਮੰਤਰੀ ਕੁਰਸੀ ਕਿਉਂ ਨਾ ਖੋਹ ਉਹਦੇ ਤੋਂ ਜੀ। ਉਹ ਤੇ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਲਾਓ ਬੇਸ਼ੱਕ ਕਾਲੇ ਚੋਰ ਨੂੰ ਬਣਾ ਦੇ, ਕੋਈ ਗੱਲ ਨਹੀਂ ਹੈਗੀ। ਇਸ ਕਰਕੇ ਉਹਦਾ ਬਿਆਨ ਤੇ ਵਾਜਬ ਆ ਵੀ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰੋ, ਜੇ ਨਹੀਂ ਪੂਰੇ ਕਰਦੇ ਤੇ ਪੰਜਾਬ ਦੇ ਵਿੱਚ ਅੱਜ ਜਿਹੜੀ ਗੁੱਡਵਿਡ ਬਣੀ ਸੀ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੀ, ਉਹ ਆਉਣ ਵਾਲੇ ਸਮੇਂ 'ਚ ਖਤਮ ਹੋ ਜਾਏਗੀ ਜੀ। ਪੱਟੀ ਸਾਹਿਬ, ਇੱਕ ਡੀਐਸਪੀ ਨੂੰ ਗ੍ਰਿਫਤਾਰ ਕੀਤਾ ਗਿਆ ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ। ਤੋਂ ਡੀਐਸਪੀ ਸਰਦਾਰ ਸੀਗਾ ਉਹ ਦਵਿੰਦਰ ਸਿੰਘ ਉਸ ਦਾ ਨਾਮ ਸੀਗਾ। ਸੋ ਉਸ ਨੂੰ ਲੈ ਕੇ ਬੜੀ ਚਰਚਾ ਛਿੜੀ ਆ ਕਿ ਉਸਨੇ ਅੱਤਵਾਦੀਆਂ ਦਾ ਸਾਥ ਦਿੱਤਾ, ਕੁਝ ਲੋਕਾਂ ਨੂੰ ਉਹ ਬਿਠਾ ਕੇ ਚੰਡੀਗੜ੍ਹ ਪਹੁੰਚਾਉਣ ਵਾਲਾ ਸੀਗਾ।
ਮੈਂ ਚਾਹੂੰਗਾ ਕਿ ਇਹਦੇ ਉੱਤੇ ਥੋੜਾ ਜਿਹਾ ਚਾਨਣਾ ਪਾਓ। ਜਿੱਥੋਂ ਤੱਕ ਦਵਿੰਦਰ ਸਿੰਘ ਡੀਐਸਪੀ ਦੀ ਗੱਲ ਹੈ ਜੀ, ਉਹ ਵਿਵਾਦਤ ਡੀਐਸਪੀ ਸ਼ੁਰੂ ਤੋਂ ਰਿਹਾ ਜੀ। ਪਹਿਲਾਂ ਜਦੋਂ 2008 ਦੇ ਵਿੱਚ ਅਟੈਕ ਹੋਇਆ ਵਾ ਸਾਡੇ ਪਾਰਲੀਮੈਂਟ ਦੇ ਉੱਤੇ, ਉਸ ਟਾਈਮ ਦੇ ਉੱਤੇ ਵੀ ਜਿਹੜਾ ਸੀ ਉਹ ਉਸ ਟਾਈਮ ਦੇ ਉੱਤੇ ਵੀ ਜਿਹੜਾ ਸੀ ਸਾਡੇ ਆਪਣੇ ਨਖਲਿੰਦੇ ਦਵਿੰਦਰ ਸਿੰਘ ਜਿਹੜਾ ਸੀ ਸ਼ੱਕੀ ਸੀਗਾ ਜੀ। ਅਫਜ਼ਲ ਗੁਲ ਦੇ ਮਾਮਲੇ ਵਿੱਚ ਸ਼ੱਕੀ ਸੀਗਾ ਜੀ। ਫਿਰ ਇੱਕ ਵਾਰੀ ਇੱਥੇ ਫਰੌਤੀ ਲੈਣ ਦੇ ਵਿੱਚ ਦੋਸ਼ ਲੱਗੇ ਜੀ। ਜੇ ਇੰਨੇ ਦੋਸ਼ ਲੱਗਿਆ ਤੇ ਪਹਿਲਾਂ ਉਹਦੀ ਕਾਰਵਾਈ ਕਿਉਂ ਨਹੀਂ ਕੀਤੀ ਗਈ? ਪ੍ਰਸ਼ਾਸਨ ਨੂੰ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਸੀ, ਡਿਪਾਰਟਮੈਂਟ ਨੂੰ ਪਹਿਲਾਂ ਕਾਰਵਾਈ ਕਰਨੀ ਸੀ, ਸਰਕਾਰ ਨੂੰ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਸੀ। ਜੀ। ਲੇਕਿਨ ਉਹ ਮਿਹਨਤੀ ਆ। ਜੀ। ਜਦੋਂ ਬਾਲਾ ਅਟੈਕ ਹੋਇਆ ਜਾਂ ਤੁਹਾਡਾ ਦੂਜੇ ਪਾਸੇ ਅਟੈਕ ਹੋਏ ਨੇ, ਜੀ। ਉਹ ਸਾਰੇ ਉਸ ਟਾਈਮ ਤੇ ਉਹ ਦਵਿੰਦਰ ਸਿੰਘ ਉੱਥੇ ਸੀਗਾ ਔਰ ਇਹ ਚੰਗਾ ਜੁਝਾਰੂ ਆਦਮੀ ਆ। ਜੀ। ਇਹ ਨਹੀਂ ਗੱਲ ਨਹੀਂ, ਇਹਨੇ ਬੰਦੇ ਜਿਹੜੇ ਕਈ ਜਿਹੜੇ ਅੱਤਵਾਦੀ ਸਰੈਂਡਰ ਕਰਾਏ ਨੇ, ਜੀ। ਪ੍ਰੇਰ ਕੇ ਵੀ ਨਹੀਂ ਸਰੈਂਡਰ ਕਰੋ, ਤੁਸੀਂ ਆਓ ਸਿੱਧੇ ਰਸਤੇ ਚੱਲੋ ਤੁਸੀਂ। ਜੀ। ਤੇ ਹੁਣ ਇਹਦੇ ਤੇ ਦੋਸ਼ ਆ ਵੀ ਇਹ ਦੋ ਅੱਤਵਾਦੀਆਂ ਨੂੰ ਲੈ ਕੇ ਜਿਹਦੇ ਇੱਕ ਦੇ ਸਿਰ ਤੇ ਇਨਾਮ ਵੀ ਰੱਖਿਆ ਸੀ, ਉਹਨਾਂ ਨੂੰ ਚੰਡੀਗੜ੍ਹ ਤੱਕ ਪਹੁੰਚਾਉਣ ਜਾ ਰਿਹਾ ਸੀ, ਦਿੱਲੀ ਪਹੁੰਚਾਉਣਾ ਸੀ ਉੱਥੋਂ। ਅੱਗੇ 26 ਜਨਵਰੀ ਦਾ ਤਿਉਹਾਰ ਆ ਰਿਹਾ ਵਾ ਤੇ ਹੁਣ ਇਹਨਾਂ ਦੀ ਪਾਲਿਸੀ ਕੀ ਸੀ ਉਹ ਤੇ ਇਨਵੈਸਟੀਗੇਸ਼ਨ ਚਾਹੂਗਾ ਤੇ ਉਹਦੇ ਵਿੱਚ ਇਹ 12 ਲੱਖ ਰੁਪਏ ਦੀ ਉਹਨਾਂ ਕੋਲੋਂ ਜਿਹੜੀ ਸੀ ਸੁਪਾਰੀ ਲੈ ਕੇ ਪਹੁੰਚਾਉਣ ਦੇ ਵਿੱਚ ਫੜਿਆ ਗਿਆ। ਹੁਣ ਇਹਦੀ ਇਹ ਇਨਵੈਸਟੀਗੇਸ਼ਨ ਚ ਮੰਗਦੀ ਹੈ, ਇਨਵੈਸਟੀਗੇਸ਼ਨ ਕਰ ਰਿਹਾ ਕਿ ਨਹੀਂ ਕਰ ਰਹੀ ਵੀ ਜਿਹੜਾ ਇੰਨਾ ਜੁਝਾਰੂ ਬੰਦਾ ਹੋਵੇ ਉਹਦੇ ਤੇ ਜਿਹੜਾ ਇਹ ਇਲਜ਼ਾਮ ਲੱਗਣਾ ਸੌਖਾ ਨਹੀਂ ਹੁੰਦਾ। ਤੁਹਾਨੂੰ ਇਹ ਪਤਾ ਹੋਏਗਾ ਵੀ ਇਸ ਤੋਂ ਪਹਿਲਾਂ ਵੀ ਕੁਝ ਬੰਦੇ ਸੀ ਜਿਨ੍ਹਾਂ ਦੀ ਸ਼੍ਰੀਨਗਰ ਦੇ ਵਿੱਚ ਕੰਮ ਕੀਤਾ। ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਡਾ ਬੜਾ ਜ਼ਰੂਰੀ ਕੰਮ ਆ, ਤੁਸੀਂ ਬਾਈ ਏਅਰ ਮਿੰਟੋ ਮਿੰਟੀ ਦਿੱਲੀ ਆਓ ਤੇ ਏਅਰਪੋਰਟ ਤੋਂ ਉਹਨੂੰ ਗ੍ਰਿਫਤਾਰ ਕਰ ਲਿਆ ਸੀਗਾ। ਤੇ ਮੁੜ ਕੇ ਜਦੋਂ ਉਹਦੀ ਛਾਣਬੀਣ ਹੋਈ ਸੀ ਤਾਂ ਉਹ ਨਿਕਲਿਆ ਕੱਖ ਨਹੀਂ ਸੀਗਾ। ਇਸ ਕਰਕੇ ਇਹ ਹੁਣ ਪਾਲਿਸੀ ਮੈਟਰ ਆ। ਜਿਹੜੇ ਲੱਗਦੇ ਸੀ ਬੰਦੇ ਉਹਨਾਂ ਦੀ ਲਾਗਤਬਾਜ਼ੀ ਆ, ਇਹ ਤੇ ਪਤਾ ਨਹੀਂ, ਲੇਕਿਨ ਜਿਹੜਾ ਉਹਨੇ ਕੰਮ ਕੀਤਾ ਉਹ ਬੜਾ ਮਾੜਾ ਕੀਤਾ। ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਪੈਦਾ ਕਰਨ ਵਾਲਾ ਸੀਗਾ। ਅਸੀਂ ਇਹ ਚਾਹੁੰਦੇ ਵੀ ਉਹਦੀ ਪੂਰੀ ਛਾਣਬੀਣ ਹੋਵੇ ਤੇ ਉਹਨੂੰ ਮੁਅੱਤਲ ਵੀ ਕਰ ਦਿੱਤਾ ਗਿਆ। ਉਹਨੂੰ ਗਲੈਂਟਰੀ ਵਾਰਡ ਜਿਹੜਾ ਸੀ 15 ਅਗਸਤ 2019 ਨੂੰ ਦਿੱਤਾ ਗਿਆ ਵਾ, ਰਾਸ਼ਟਰਪਤੀ ਗਲੈਂਟਰੀ ਵਾਰਡ। ਜੇ ਉਹਨੂੰ ਵਾਰਡ ਦਿੱਤੇ ਗਿਆ ਤੇ ਫਿਰ ਉਦੋਂ ਸੋਚ ਕੇ ਕਿਉਂ ਦਿੱਤੇ ਗਏ? ਉਦੋਂ ਵੀ ਵੇਖਿਆ ਗਿਆ ਵੀ ਇਹਦੇ ਸੰਬੰਧ ਕਿੱਥੇ ਕਿੱਥੇ ਹੈਗੇ ਸੀਗੇ। ਇਹਦੇ ਵਿੱਚ ਜਿਹੜੇ ਦੇਣ ਵਾਲੇ ਆ, ਉਹਦੀ ਰਿਕਮੈਂਡੇਸ਼ਨ ਕਰਨ ਵਾਲੇ, ਉਹ ਵੀ ਘੇਰੇ ਚਾਹੁੰਦੇ ਆ। ਇਹ ਮਹਿਸੂਸ ਚਾਹੁੰਦੇ ਆ ਵੀ ਪੂਰੀ ਪੜਤਾਲ ਹੋਵੇ ਵੀ ਉਹ ਬੰਦਾ ਸੱਚਾ ਕਿੰਨਾ ਤੇ ਝੂਠਾ ਕਿਤਾ। ਸ਼ਾਇਦ ਤੁਹਾਨੂੰ ਪਤਾ ਹੋਏਗਾ ਇੱਕ ਸਲਵਿੰਦਰ ਸਿੰਘ ਐਸਪੀ ਸੀਗਾ। ਜੀ 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 ਬਿਲਕੁਲ। ਉਹ ਕਹਿੰਦਾ ਜੀ ਮੈਂ ਇੱਥੇ ਕਿਸੇ ਮਜ਼ਾਰ ਤੇ ਮੱਥਾ ਟੇਕਣ ਗਿਆ ਸੀਗਾ ਤੇ ਮੈਨੂੰ ਇਹ ਅੱਤਵਾਦੀ ਪੈ ਗਏ ਤੇ ਅੱਤਵਾਦੀਆਂ ਨੇ ਮੇਰੀ ਗੱਡੀ ਖੋਲੀ ਹੈ। ਉਹ ਇੰਨਾ ਕੁ ਭਰੋਸੇਮੰਦ ਬੰਦਾ ਸੀ ਵੀ ਜਦੋਂ ਉਹਨੇ ਆਪਣੇ ਅਧਿਕਾਰੀਆਂ ਨੂੰ ਉੱਥੋਂ ਫੋਨ ਕੀਤਾ ਕਿ ਫੜ ਕੇ, ਤੇ ਉਹਨਾਂ ਨੇ ਉੱਤੇ ਵਿਸ਼ਵਾਸ ਹੀ ਨਹੀਂ ਕੀਤਾ ਵੀ ਇਹ ਝੂਠ ਬੋਲਦਾ। ਉਸ ਤੋਂ ਬਾਅਦ ਜਿਹੜਾ ਪਠਾਨਕੋਟ 에ਅਰ ਬੇਸ ਤੇ ਅਟੈਕ ਵੀ ਹੋਇਆ ਉਹਨਾਂ ਕੀਤਾ। ਤੇ ਮੇਰਾ ਕਹਿਣ ਤੋਂ ਭਾਵ ਆ ਵੀ ਉਸ ਥਾਣੇਦਾਰ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ, ਲੇਕਿਨ ਉਹਨੂੰ ਕਿਸੇ ਹੋਰ ਕੇਸ ਦੇ ਵਿੱਚ ਜਿਹੜਾ ਸੀ ਉਹ ਜੇਲ੍ਹ 'ਚ ਭੇਜਿਆ ਗਿਆ ਵਾ, ਉਸ ਕੇਸ ਨਹੀਂ ਭੇਜਿਆ ਗਿਆ। ਇਸ ਕਰਕੇ ਇਹਦੀ ਵੀ ਛਾਣਬੀਣ ਹੋਣੀ ਚਾਹੀਦੀ ਆ। ਇਹ ਸੱਚਾ ਝੂਠਾ ਜੋ ਵੀ ਹੈਗਾ ਸੱਚਾਈ ਸਾਹਮਣੇ ਆਉਣੀ ਚਾਹੀਦੀ ਆ। ਉਹ ਸਰਕਾਰ ਨੇ ਕਹਿ ਦਿੱਤਾ ਵੀ ਇਹਦੀ ਇਨਵੈਸਟੀਗੇਸ਼ਨ NIA ਕਰੇਗੀ ਜੀ। ਜੀ 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 ਬਿਲਕੁਲ। ਭੱਟੀ ਸਾਹਿਬ, ਅਗਲੀ ਖਬਰ ਦੀ ਗੱਲ ਕਰਾਂ ਤਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਇਹਦੀ ਜਿਹੜੀ ਬਿਲਡਿੰਗ ਬਣਾਈ ਜਾ ਰਹੀ ਆ ਉਹਦੇ ਸਾਹਮਣੇ ਕਮਲ ਦੇ ਫੁੱਲ ਦਾ ਨਿਸ਼ਾਨ ਜਿਹੜਾ ਆ ਉਹ ਚਰਚਾ ਦੇ ਵਿੱਚ ਆ ਕਿ ਕਮਲ ਦਾ ਫੁੱਲ ਬਣਾਇਆ ਜਾਏਗਾ। ਪਰ ਕੁਝ ਲੋਕ ਇਸ ਦੇ ਉੱਤੇ ਇਤਰਾਜ਼ ਜਿਹੜਾ ਆ ਉਹ ਪ੍ਰਗਟ ਕਰ ਰਹੇ ਆ। ਅਧਿਕਾਰੀ ਤੇ ਲੀਡਰ ਜਿਹੜੇ ਆ ਉਹ ਆਮੋ ਸਾਹਮਣੇ ਆ। ਗੱਲ ਕਰੀਏ ਹੋਰ ਵੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਬਿਲਡਿੰਗਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਆ, ਉਹਨਾਂ ਦੇ ਉੱਤੇ ਵੀ ਪਿਛਲੇ ਦਿਨੀ ਇੱਕ ਚਰਚਾ ਛਿੜੀ ਆ ਕਿ ਸਾਰੀਆਂ ਦੇ ਉੱਤੇ ਕਮਲ ਦੇ ਫੁੱਲ ਦਾ ਨਿਸ਼ਾਨ ਜਿਹੜਾ ਉਹ ਦਿੱਤਾ ਜਾ ਰਿਹਾ। ਵੇਖੋ ਜੀ, ਕਿਸੇ ਸਿਆਸੀ ਪਾਰਟੀ ਦਾ ਨਿਸ਼ਾਨ ਦਿੱਤਾ ਜਾਣਾ ਜਿਹੜੀ ਪਬਲਿਕ ਪ੍ਰਾਪਰਟੀ ਆ ਉਹ ਕੋਈ ਚੰਗੀ ਗੱਲ ਨਹੀਂ, ਕੋਈ ਚੰਗੀ ਪ੍ਰਕਿਰਿਆ ਨਹੀਂ ਹੈਗੀ ਜੀ। ਭਾਵੇਂ ਕਿ ਕਮਲ ਦਾ ਫੁੱਲ ਜਿਹੜਾ ਵਾ ਇੱਕ ਫੁੱਲ ਆ ਉਹ ਦਿੱਤਾ ਜਾਵੇ ਤੇ ਇਤਰਾਜ਼ ਵੀ ਹੋਣਾ ਚਾਹੀਦਾ, ਲੇਕਿਨ ਸਿਆਸੀ ਪਾਰਟੀ ਦਾ ਚਿੰਨ੍ਹ ਹੋਣ ਕਰਕੇ ਲੋਕਾਂ ਨੂੰ ਇਤਰਾਜ਼ ਹੋਣਾ ਮੁਮਕਿਨ। ਬਿਲਕੁਲ। ਹੁਣ ਲੋਕ ਇਹ ਇਤਰਾਜ਼ ਕਰ ਰਹੇ ਆ ਵੀ ਇਹ ਕਮਲ ਦਾ ਫੁੱਲ ਕਿਉਂ? ਅੰਮ੍ਰਿਤਸਰ ਗੁਰੂਪੁਰੇ ਦੀ ਧਰਤੀ ਆ, ਇੱਥੇ ਤੁਸੀਂ ਗੁਰੂ ਰਾਮਦਾਸ ਦੀ ਤਸਵੀਰ ਬਣਾ ਸਕਦੇ ਹੋ, ਇੱਥੇ ਤੁਸੀਂ ਗੁਰੂ ਹਰਿਮੰਦਰ ਸਾਹਿਬ ਦੀ ਤਸਵੀਰ ਬਣਾ ਸਕਦੇ ਹੋ, ਇੱਥੇ ਉਹ ਚੀਜ਼ ਬਣਾਓ ਤੁਸੀਂ ਕੋਈ ਨਾ ਕੋਈ। ਚਲੋ ਦਰਗਿਆਨਾ ਮਸਜਿਦ ਹੀ ਬਣਾ ਦਿਓ ਤੁਸੀਂ ਜੀ, ਜੇ ਬਣਾਉਣੀ ਹੈ ਤੇ ਕਮਲ ਦਾ ਫੁੱਲ ਕਿਉਂ? ਇਸ ਚੀਜ਼ ਨੂੰ ਲੈ ਕੇ ਕੁਝ ਅਧਿਕਾਰੀ ਵੀ ਜਿਹੜੇ ਪੱਪਰ ਸੋਚ ਰੱਖਣ ਵਾਲੇ ਬੰਦੇ ਉਹ ਵੀ ਇਤਰਾਜ਼ ਕਰ ਰਹੇ ਆ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਆਮ ਲੋਕਾਂ ਨੇ ਤੇ ਵਿਰੋਧ ਕਰਨਾ ਹੀ ਕਰਨਾ ਵਾ ਜੀ। ਯੂਪੀ ਦੇ ਵਿੱਚ ਤੁਹਾਨੂੰ ਪਤਾ ਹੋਏਗਾ ਜਦੋਂ ਦੀ ਜੋਗੀ ਸਰਕਾਰ ਆਈ ਉੱਥੇ ਜਿਹੜੀਆਂ ਇਮਾਰਤਾਂ ਉਹਨਾਂ ਦੇ ਰੰਗ ਭਗਵੇ ਕਰ ਦਿੱਤੇ ਗਿਆ, ਉੱਥੋਂ ਦੀਆਂ ਸਰਕਾਰੀ ਬੱਸਾਂ ਦੇ ਰੰਗ ਭਗਵੇ ਕਰ ਦਿੱਤੇ ਗਿਆ ਜੀ। ਤੇ ਮੈਂ ਸੋਚਦਾ ਵੀ ਕੱਲ ਨੂੰ ਉਹਨਾਂ ਕਹਿਣਾ ਵੀ ਜਿਹੜੀ ਧਰਤੀ ਖਾਲੀ ਪਈ ਹੈ, ਸੜਕਾਂ ਜਿਹੜੀਆਂ ਇਹ ਵੀ ਭਗਵੀਆਂ ਬਣਨੀ ਚਾਹੀਦੀਆਂ, ਇਹ ਕਾਲੀਆਂ ਨਹੀਂ ਬਣਨੀ ਚਾਹੀਦੀਆਂ।
ਇਹਦੇ ਲੁੱਕ ਦੇ ਵਿੱਚ ਹੀ ਰੰਗ ਮਿਲਾ ਕੇ ਜਿਹੜਾ ਵਾ ਇਹਨੂੰ ਭਗਵਾ ਕੀਤਾ ਜਾਵੇ। ਇਹ ਪ੍ਰਕਿਰਤੀ ਮਾਰੀ ਆ, ਇੱਕ ਤੇ ਪੈਸੇ ਦੀ ਬਰਬਾਦੀ ਹੈ, ਇੱਕ ਇਤਰਾਜ਼ਯੋਗ ਆ, ਤੇ ਇਸ ਕਰਕੇ ਇਹ ਸੋਚਦੇ ਆ ਵੀ ਇਹ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਅੰਮ੍ਰਿਤਸਰ ਦੀ ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਦਰਬਾਰ ਸਾਹਿਬ ਦੀ ਲਾ ਦਿਓ, ਤਸਵੀਰ ਲਾ ਦਿਓ, ਤੁਸੀਂ ਦੁਰਗਿਆਨਾ ਮੰਦਿਰ ਦੀ ਲਾ ਦਿਓ, ਸਾਡੇ ਭਗਤ ਪੂਰਨ ਸਿੰਘ ਹੋਰੀ ਇੱਥੇ ਬੜੇ ਦਾਨੀ ਪੁਰਸ਼ ਹੋਏ ਨੇ, ਉਹਨਾਂ ਦੇ ਲਾ ਦਿਓ, ਸ਼ਹੀਦ ਭਗਤ ਸਿੰਘ ਲਾ ਦਿਓ, ਸ਼ਹੀਦਾਂ ਦੀ ਲਾ ਦਿਓ, ਕੋਈ ਲਾ ਦਿਓ ਤੁਸੀਂ। ਤੇ ਕਮਲ ਦਾ ਫੁੱਲ ਮੈਂ ਆਪ ਚਾਹੁੰਦਾ ਵੀ ਨਹੀਂ ਲੱਗਣਾ ਚਾਹੀਦਾ, ਕਿਉਂਕਿ ਕੰਟਰੋਵਰਸੀ ਦਾ ਵਿਸ਼ਾ ਬਣੇਗਾ ਆਉਣ ਵਾਲੇ ਸਮੇਂ 'ਚ। ਬੀਜੇਪੀ ਦੇ ਪ੍ਰਧਾਨ ਦੀ ਇਲੈਕਸ਼ਨ ਜਿਹੜੀ ਆ ਉਹ ਹੋਣ ਜਾ ਰਹੀ ਆ 17 ਤਰੀਕ ਨੂੰ। ਪੱਟੀ ਸਾਹਿਬ ਦੁਬਾਰਾ ਚਾਂਸ ਜਿਹੜੇ ਆ ਉਹ ਹੈਗੇ ਆ ਮੌਜੂਦਾ ਪ੍ਰਧਾਨ ਦੇ, ਜਾਂ ਫਿਰ ਕੋਈ ਨਵਾਂ ਚਿਹਰਾ ਹੀ ਬੀਜੇਪੀ ਜਿਹੜੀ ਆ ਉਹ ਲੈ ਕੇ ਆਊਗੀ? ਜਿਹੜਾ ਮੌਜੂਦਾ ਪ੍ਰਧਾਨ ਆ ਜੀ, ਉਹਦੇ ਉੱਤੇ ਇੱਕ ਦੋਸ਼ ਲੱਗਦਾ ਵੀ ਜਿਹੜਾ ਬੰਦਾ ਜਿਹੜਾ ਆਪਣੀ ਕੌਂਸਲ ਦੀ ਸੀਟ ਹਾਰ ਜਾਂਦਾ, ਮੇਅਰ ਹੁੰਦੇ ਆ, ਅੰਮ੍ਰਿਤਸਰ ਦਾ ਮੇਅਰ ਹੋਵੇ ਤੋ ਦੁਬਾਰਾ ਆਪਣੀ ਕੌਂਸਲ ਦੀ ਸੀਟ ਨਾ ਬਚਾ ਸਕੇ ਤਾਂ ਉਹ ਕਿੰਨਾ ਕੁ ਡਿਜ਼ਰਵ ਕਰਦਾ ਵੀ ਉਹਨੂੰ ਤੁਸੀਂ ਪ੍ਰਧਾਨ ਬਣਾਓ। ਇਸ ਕਰਕੇ ਇਹ ਅੱਜ ਨਹੀਂ, ਇਹ ਪਹਿਲਾਂ ਵੀ ਵਿਰੋਧ ਹੁੰਦਾ ਆ, ਤੇ ਅੱਜ ਫਿਰ ਇਸ ਚੀਜ਼ ਨੂੰ ਲੈ ਕੇ ਵਿਰੋਧ ਹੋਣਾ ਹੀ ਹੋਣਾ ਉਸ ਬੰਦੇ ਦਾ ਜੀ। ਉਹਨੂੰ ਰਾਜ ਸਭਾ ਮੈਂਬਰੀ ਮਿਲ ਗਈ, ਪ੍ਰਧਾਨਗੀ ਮਿਲ ਗਈ। ਪਹਿਲੀ ਗੱਲ ਤੇ 1 ਮੈਨ 1 ਪੋਸਟ ਹੋਵੇ, ਜਿਹੜੀ ਪਾਲਿਸੀ ਹੋਣੀ ਚਾਹੀਦੀ ਇਹ ਹੋਣੀ ਚਾਹੀਦੀ, ਤਾਂ ਕਿ ਵੱਧ ਤੋਂ ਵੱਧ ਬੰਦੇ ਜਿਹੜੇ ਅਕਮੋਡੇਟ ਕੀਤੇ ਜਾਣ। ਇਹਦੇ ਮੇਨ ਵਿਰੋਧੀ ਜਿਹੜੇ ਸਾਡੇ ਹੈਗੇ ਸੀ, ਕਮਲ ਕਿਸ਼ੋਰ ਜੀ, ਕਮਲ ਜੀ, ਉਹ ਚਲੇ ਗਏ ਨੇ ਦੁਨੀਆ ਤੋਂ, ਹਾਰਟ ਅਟੈਕ ਨਾਲ ਡੈਥ ਹੋ ਗਈ ਉਹਨਾਂ ਦੀ। ਹੁਣ ਅਸ਼ਵਨੀ ਸ਼ਰਮਾ ਜੀ ਨੇ, ਮਨੋਰੰਜਨ ਕਾਲੀਆ ਵਾ, ਅਵਿਨਾਸ਼ ਰਾਏ ਨੇ, ਇਹ ਤਰਨ ਚੁੱਗ ਨੇ। ਇਹਨਾਂ ਦੇ ਵਿੱਚੋਂ ਲੱਗਦਾ ਵੀ ਇਹਨਾਂ ਸਾਰਿਆਂ ਦੇ ਵਿੱਚੋਂ ਅਸ਼ਵਨੀ ਕੁਮਾਰ ਦਾ ਸ਼ਾਇਦ ਦਾ ਲੱਗ ਜਾਵੇ, ਪਹਿਲਾਂ ਵੀ ਪ੍ਰਧਾਨ ਰਹੇ ਨੇ ਉਹ ਉਹਨਾਂ ਦਾ ਦਾ ਲੱਗ ਜੇ, ਤੇ ਇਹਨਾਂ ਨੂੰ ਪ੍ਰਧਾਨਗੀ ਮਿਲਣੀ ਮੁਸ਼ਕਲ ਲੱਗਦੀ ਹੈ ਇਸ ਵੇਲੇ ਜਿਹੜੇ ਹਾਲਾਤ ਬਣੇ ਪਏ। ਵੀ ਜਦੋਂ ਦੇ ਪ੍ਰਧਾਨ ਬਣੇ ਇਹਨਾਂ ਨੇ ਕੋਈ ਆਪਣੀ ਕਰਾਮਤ ਵਿਖਾਈ ਨਹੀਂ, ਆਪਣੀ ਪ੍ਰਧਾਨਗੀ ਵਾਲਾ ਰੋਬ ਨਹੀਂ ਵਿਖਾਇਆ, ਵਿਰੋਧੀਆਂ ਤੇ ਕੋਈ ਹਮਲਾ ਨਹੀਂ ਕੀਤਾ। ਤੇ ਆਮ ਤੌਰ ਤੇ ਵੀ ਇਹ ਮੋਸਟਲੀ ਜਦੋਂ ਅਕਾਲੀ ਭਾਜਪਾ ਦੇ ਗੱਠਜੋੜ ਦੀਆਂ ਰੈਲੀਆਂ ਹੁੰਦੀਆਂ, ਜਿਵੇਂ ਕੱਲ ਰੈਲੀ ਹੋਈ ਹੈ ਉੱਥੇ ਆਪਣੇ ਮੁਕਤਸਰ ਦੇ ਵਿੱਚ ਹੋਈ ਆ, ਉਹਦੇ ਵਿੱਚ ਵੀ ਭਾਜਪਾ ਗੈਰ ਹਾਜ਼ਰ ਰਹੀ ਆ। ਜੇ ਗੱਠਜੋੜ ਤੇ ਤੁਹਾਨੂੰ ਜਾਣਾ ਚਾਹੀਦਾ ਸੀ। ਕਮਲ ਸ਼ਰਮਾ ਜਿਹੜੇ ਸੀ ਉਹ ਆਮ ਤੌਰ ਤੇ ਇਹ ਕੁਤਾਹੀ ਨਹੀਂ ਸੀ ਕਰਦੇ, ਉਹ ਪੁੱਛਦੇ ਹੁੰਦੇ ਸੀ। ਇਸ ਕਰਕੇ ਉਮੀਦ ਹੈ ਵੀ ਸ਼ਾਇਦ ਪ੍ਰਧਾਨ ਜਿਹੜਾ ਵਾ ਅਸ਼ਵਨੀ ਕੁਮਾਰ ਦਾ ਦਾ ਲੱਗ ਜੇ ਔਰ ਇਹਨਾਂ ਦੀ ਛੁੱਟੀ ਹੋ ਜਾਵੇ ਜੀ। ਪੱਟੀ ਸਾਹਿਬ, ਜਿਹੜਾ NRC ਕਾਨੂੰਨ ਬਣਾਇਆ ਗਿਆ ਸਰਕਾਰ ਦੇ ਵੱਲੋਂ, ਉਹ ਜਿਹੜੇ ਬਾਹਰ ਰਹਿੰਦੇ, ਵਿਦੇਸ਼ਾਂ ਦੇ ਵਿੱਚ ਹਿੰਦੂ ਰਹਿੰਦੇ ਆ ਜਾਂ ਹੋਰ ਦੇਸ਼ਾਂ ਦੇ ਵਿੱਚ ਹਿੰਦੂ ਰਹਿੰਦੇ ਆ, ਉਹਨਾਂ ਦੇ ਉੱਤੇ ਵੀ ਇਸ ਚੀਜ਼ ਦਾ ਅਸਰ ਜਿਹੜਾ ਆ ਉਹ ਪੈ ਸਕਦਾ ਹੈ, ਜਾਂ ਕਿਸ ਤਰੀਕੇ ਨਾਲ ਪੈ ਸਕਦਾ ਹੈ? ਕਿਉਂਕਿ ਭਾਰਤ ਦੀ ਸਰਕਾਰ ਸ਼ਾਇਦ ਬਿਨਾਂ ਸੋਚੇ ਸਮਝੇ ਅਜਿਹੇ ਕਦਮ ਜਿਹੜੇ ਆ ਉਹ ਚੁੱਕ ਰਹੀ ਆ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਵੀ ਸੋਚਣਾ ਚਾਹੀਦਾ ਹੈ ਕਿ ਭਾਰਤ ਤੋਂ ਬਾਹਰ ਵੀ ਬਹੁਤ ਸਾਰੇ ਹਿੰਦੂ ਜਿਹੜੇ ਆ ਉਹ ਵਸਦੇ ਆ। ਭਾਰਤ ਦੇ ਵਿੱਚ ਜਿਹੜੇ ਭਾਰਤ ਦੇ ਲੋਕ, ਜੇ ਦੁਨੀਆ ਭਰ ਦੇ ਦੇਸ਼ਾਂ 'ਚ ਲੋਕ ਵਸਦੇ ਆ, ਹਰ ਦੇਸ਼ ਵਿੱਚ ਤੁਹਾਨੂੰ ਕਿਤੇ ਕਿਤੇ ਭਾਰਤੀ ਕੋਈ ਮਿਲ ਹੀ ਜਾਏਗਾ। ਤੇ ਜੇ ਭਾਰਤੀਆਂ ਦੀ ਗੱਲ ਕਰਦੇ, ਉਹ ਕਰੋੜਾਂ ਦੀ ਗਿਣਤੀ 'ਚ ਬਾਹਰ ਹੀ ਵਸਦੇ ਆ ਜੀ। ਲੇਕਿਨ ਮੈਂ ਗੱਲ ਕਰੂੰਗਾ ਜਿਹੜੇ ਮੁਸਲਿਮ ਕੰਟਰੀ ਆ, ਸਾਊਦੀ ਅਰਬ ਦੇ ਵਿੱਚ 63 ਲੱਖ ਹਿੰਦੂ ਆ ਇਸ ਵੇਲੇ, ਕਤਰ ਦੇ ਵਿੱਚ 13 ਲੱਖ ਹਿੰਦੂ ਨੇ ਜੀ, ਦੁਬਈ ਦੇ ਵਿੱਚ ਤੁਹਾਡੇ ਜਿਹੜੇ ਆ ਕਰੀਬ 9 ਲੱਖ ਹਿੰਦੂ ਨੇ ਜੀ, ਓਮਾਨ ਦੇ ਵਿੱਚ 16 ਲੱਖ ਹਿੰਦੂ ਨੇ ਜੀ, ਇਸੇ ਤਰ੍ਹਾਂ 9 ਲੱਖ ਤੁਹਾਡੇ ਆਪਣੇ ਹੈਗੇ ਮੇਰੇ ਖਿਆਲ ਤੇਹਰਾਨ ਦੇ ਵਿੱਚ ਹੈਗੇ ਨੇ। ਤੇ ਇਹ ਕਰਾ ਕੇ ਮੇਰੇ ਖਿਆਲ 1 ਕਰੋੜ ਤੇ 11 ਲੱਖ ਹਿੰਦੂ ਬਣਦੇ, ਜਿਹੜੇ ਇਸ ਵੇਲੇ ਮੁਸਲਿਮ ਕੰਟਰੀ 'ਚ ਰਹਿ ਰਹੇ ਨੇ, ਆਪਣੇ ਬਿਜ਼ਨਸ ਚਲਾ ਰਹੇ ਨੇ, ਆਪਣਾ ਕਾਰੋਬਾਰ ਚਲਾ ਰਹੇ, ਉਹ ਵੈਲ ਸੈਟਲਡ ਨੇ ਜੀ। ਕਦੀ ਉਹਨਾਂ ਦੇਸ਼ਾਂ ਤੁਸੀਂ ਕੋਈ ਖਬਰ ਸੁਣੀ ਵੀ ਕਿਸੇ ਹਿੰਦੂ ਦੇ ਕਾਰੋਬਾਰ ਤੇ ਹਮਲਾ ਕੀਤਾ ਗਿਆ, ਕਿਸੇ ਹਿੰਦੂ ਨੂੰ ਕਿਹਾ ਗਿਆ ਵੀ ਤੂੰ ਆਪਣੀ ਵੀ ਨਾਗਰਿਕਤਾ ਸ਼ੋਅ ਕਰ, ਤੂੰ ਕਿੱਥੋਂ ਦਾ ਰਹਿਣ ਵਾਲਾ, ਕਿੱਥੋਂ ਦੀ ਕਰੂੰਗਾ? ਕਦੀ ਸ਼ੋਅ ਕੀਤੀ ਇਹਨਾਂ ਨੇ? ਪਰ ਅਸੀਂ ਪ੍ਰਧਾਨ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ ਗੱਲ ਕਹਾਂਗੇ ਵੀ ਜੋ ਤੁਸੀਂ ਕਰ ਰਹੇ ਹੋ NRC ਬਾਰੇ ਕਰ ਰਹੇ ਹੋ, ਜਿਹੜੀ ਤੁਸੀਂ ਧੱਕੇਸ਼ਾਹੀ ਇੱਕ ਫਿਰਕੇ ਨਾਲ ਕਰ ਰਹੇ ਹੋ, ਉਹ ਧੱਕੇਸ਼ਾਹੀ ਬੰਦ ਕਰੋ। ਕਿਉਂਕਿ ਜਿਹੜੇ ਮੁਸਲਿਮ ਕੰਟਰੀ ਦੇ ਵਿੱਚੋਂ ਜੇ ਉਹਨਾਂ ਹਿੰਦੂ ਕੱਢਣੇ ਸ਼ੁਰੂ ਕਰ ਦਿੱਤੇ ਤੇ ਫਿਰ ਕੀ ਕਰੋਗੇ, ਕੀ ਜਵਾਬ ਦਿਓਗੇ? ਜੇ ਉੱਥੇ ਕੋਈ ਇਹੋ ਜਿਹੀ ਚੀਜ਼ ਸ਼ੁਰੂ ਹੋ ਗਈ, ਇਹ ਚੰਗਿਆੜੀ ਭੜਕੀ ਜਿਹੜੀ ਬਲਦੀ ਉੱਥੇ ਪੁੱਜ ਗਈ, ਤੇ ਫਿਰ ਕੀ ਕੀਤਾ? ਜੋ ਉਹ ਹਿੰਦੂ ਕੀ ਕਰਨਗੇ ਜੀ? ਇਹਨਾਂ ਨੂੰ ਸਿਰਫ ਇੱਥੋਂ ਦੀ ਗੱਲ ਨਹੀਂ ਕਰਨੀ ਚਾਹੀਦੀ। ਇੱਥੇ ਤੇ 19 ਲੱਖ ਹਿੰਦੂ ਨੇ ਜਾਂ 19 ਲੱਖ ਮੁਸਲਮਾਨ ਜਾਂ 20 ਲੱਖ ਮੁਸਲਮਾਨ ਨੇ। ਆਹ ਜਿਹੜੇ ਮੁਸਲਿਮ ਕੰਟਰੀ 'ਚ 1 ਕਰੋੜ 11 ਲੱਖ, ਉਹਨਾਂ ਦਾ ਕੀ ਬਣੂ? ਇਹਨਾਂ ਨੂੰ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਸੀ। ਜੇ ਪਾਕਿਸਤਾਨ ਨੂੰ ਇਨਕਲੂਡ ਨਹੀਂ ਕੀਤਾ ਉਹਦੇ 'ਚ, ਇਹਦੇ ਵਿੱਚ 6-7 ਦੇਸ਼ ਦੂਜੇ ਕੀਤੇ ਸੀ ਸਾਰੇ। ਲੇਕਿਨ ਜੇ ਇਹ ਹਿੰਦੂ ਉੱਥੇ ਕੋਈ ਸਰਕਾਰਾਂ ਐਕਸ਼ਨ ਲੈਂਦੀਆਂ, ਮੁਸਲਿਮ ਕੰਟਰੀ ਲੈਂਦੇ ਆ, ਤੇ ਫਿਰ ਮੈਂ ਸੋਚਦਾ ਵੀ ਸਰਕਾਰ ਨੇ ਰੌਲਾ ਤਾਂ ਪਾਉਣਾ ਹੀ ਆ। ਤੇ ਉਹਨਾਂ ਕਹਿਣਾ ਪਹਿਲਾਂ ਆਪਣੀ ਪੀੜ੍ਹੀ ਤੇ ਸੋਟਾ ਫਿਰੋ। ਤੇ ਇਹਨਾਂ ਨੂੰ ਚਾਹੀਦਾ ਵੀ ਇਹੋ ਜਿਹੀ ਗੱਲ ਜੇ ਦਾ ਵਿਰੋਧ ਹੋ ਰਿਹਾ NRC ਦਾ, ਇਹਨੂੰ ਨਾ ਲਾਗੂ ਕਰੇ। ਜਿਸ ਤਰ੍ਹਾਂ ਕੰਮ ਪਹਿਲਾਂ ਚੱਲਦਾ ਸੀ ਉੱਦਾਂ ਚੱਲਣ ਦਿਓ। ਜਦੋਂ ਤੁਸੀਂ ਆਧਾਰ ਕਾਰਡ ਬਣਾਤੇ ਆ, ਤੁਸੀਂ ਪੈਨ ਕਾਰਡ ਬਣਾਤੇ ਆ, ਤੁਸੀਂ ਵੋਟਰ ਕਾਰਡ ਬਣਾਤੇ, ਉਹਨਾਂ ਲੋਕਾਂ ਦੀਆਂ ਵੋਟਾਂ ਲੈ ਕੇ ਕੁਰਸੀਆਂ ਲਈਆਂ ਤੁਸੀਂ, ਅੱਜ ਉਹ ਦੇਸ਼ ਦੇ ਵਾਸੀ ਕਿਉਂ ਨਹੀਂ?
ਇਸ ਕਰਕੇ ਐਨਆਰਸੀ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ। ਬਾਅਦ ਦੇ ਹਿੰਦੂਆਂ ਦੀ ਵੀ ਜਿਹੜੀ ਹੈ ਨਾ ਸੁਰੱਖਿਆ ਦੀ ਜਿਹੜੀ ਆ ਉਹਨੂੰ ਯਕੀਨੀ ਬਣਾਉਣ ਲਈ ਇਹਨੂੰ ਵਾਪਸ ਲੈ ਜਾਣਾ ਚਾਹੀਦਾ ਜੀ। ਭੱਟੀ ਸਾਹਿਬ, ਦਿੱਲੀ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ। ਇਲੈਕਸ਼ਨ ਦੀ ਗੱਲ ਕਰੀਏ ਤਾਂ ਉੱਥੇ ਸਿੱਖ ਚਿਹਰੇ ਜਿਹੜੇ ਆ ਇਸ ਵਾਰ ਕੇਜਰੀਵਾਲ ਨੇ ਘੱਟ ਉਹਨਾਂ ਨੂੰ ਟਿਕਟਾਂ ਦਿੱਤੀਆਂ, ਬਹੁਤ ਸਾਰਿਆਂ ਦੀਆਂ ਟਿਕਟਾਂ ਕੱਟ ਦਿੱਤੀਆਂ ਨੇ। ਉਸ ਚੀਜ਼ ਨੂੰ ਲੈ ਕੇ ਇੱਕ ਚਰਚਾ ਜਿਹੜੀ ਆ ਉਹ ਛਿੜੀ ਹੋਈ ਆ ਕਿ ਕੇਜਰੀਵਾਲ ਨੇ ਸਿੱਖਾਂ ਨੂੰ, ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਸੀਗੀ ਉਸ ਦੇ ਨਾਲ ਸਿੱਖਾਂ ਨੂੰ ਉੱਥੇ ਵੀ ਜ਼ਿਆਦਾ ਟਿਕਟਾਂ ਦਿੱਤੀਆਂ ਸੀਗਾ। ਸਿੱਖ ਆਬਾਦੀ ਵੀ ਦਿੱਲੀ ਦੇ ਵਿੱਚ ਬਹੁਤ ਆ, ਪਰ ਇਸ ਵਾਰ ਅਜਿਹਾ ਕਿਉਂ ਕੀਤਾ ਗਿਆ ਕਿ ਸਿੱਖਾਂ ਨੂੰ ਜਿਹੜੀਆਂ ਆ ਉਹ ਟਿਕਟਾਂ ਸਿਰਫ ਕਹਿੰਦੇ 4 ਕੀ ਟਿਕਟਾਂ ਜਿਹੜੀਆਂ ਉਹ ਮਿਲੀਆਂ ਨੇ? 2015 ਦੇ ਵਿੱਚ 70 ਦੇ ਵਿੱਚੋਂ 4 ਸਿੱਖਾਂ ਨੂੰ ਟਿਕਟਾਂ ਮਿਲੀਆਂ ਸੀ, 4 ਦੇ 4 ਕਾਮਯਾਬ ਹੋਏ ਸੀ ਜੀ। ਤੇ 2017 ਦੇ ਵਿੱਚ ਇੱਕ ਜਰਨੈਲ ਸਿੰਘ ਪੱਤਰਕਾਰ ਜਿਹਨੇ ਚੰਦਰੰਬਨ ਜਿਹੜਾ ਸੀ ਸਾਡੇ ਗ੍ਰਹਿ ਮੰਤਰੀ ਸੀ ਉਹਨਾਂ ਤੇ ਇੱਕ ਛੱਤਰ ਸੁੱਟਿਆ ਸੀ ਤੇ ਉਸ ਟਾਈਮ ਦੇ ਪਾਪੂਲਰ ਹੋਇਆ ਸੀ, ਉਹਨੂੰ ਟਿਕਟ ਦਿੱਤੀ ਸੀ ਰਜੌਰੀ ਗਾਰਡਨ ਤੋਂ, ਉਹ ਉੱਥੋਂ ਰਿਜ਼ਾਈਨ ਕੀਤਾ ਸੀ ਜੀ। ਰਿਜ਼ਾਈਨ ਕਰਕੇ ਤੇ ਇੱਕ ਉਹਨੂੰ ਉੱਥੋਂ ਰਿਜ਼ਾਈਨ ਕਰਨ ਤੋਂ ਬਾਅਦ ਜਿਹੜਾ ਸੀ ਪੰਜਾਬ ਦੇ ਵਿੱਚ ਲੰਬੀ ਹਲਕੇ ਤੋਂ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਚੋਣ ਲੜੇ ਸੀ ਉਹਨਾਂ ਦੇ ਬਰਾਬਰ ਖੜਾ ਕੀਤਾ ਸੀਗਾ। ਉਹਨਾਂ ਦੇ ਰਿਜ਼ਾਈਨ ਦੇਣ ਤੋਂ ਬਾਅਦ ਫਿਰ ਜਦੋਂ ਇਲੈਕਸ਼ਨ ਹੋਈ ਤੇ ਉੱਥੇ ਜਿਹੜੇ ਮਨਜਿੰਦਰ ਸਿੰਘ ਸਿਰਸਾ ਅੱਜ ਦਿੱਲੀ ਕਮੇਟੀ ਦੇ ਪ੍ਰਧਾਨ ਨੇ, ਉਹ ਬੀਜੇਪੀ ਦੀ ਜਿਹੜੇ ਸੀ ਚੋਣ ਨਿਸ਼ਾਨ ਤੇ ਚੋਣ ਜਿੱਤੇ ਸੀਗੇ। ਭਾਵੇਂ ਉਹ ਦਾਅਵਾ ਕਰਦੇ ਵੀ ਅਕਾਲੀ ਦਲ ਦਾ ਵਾਂ, ਲੇਕਿਨ ਉਹਦੇ ਚੋਣ ਨਿਸ਼ਾਨ ਦਿੱਤੇ ਸੀ। ਪਿਛਲੀ ਵਾਰੀ 4 ਦਿੱਤੀਆਂ ਸੀ ਤੇ ਐਤਕੀ 2 ਦਿੱਤੀਆਂ ਨੇ। ਇੱਕ ਜਰਨੈਲ ਸਿੰਘ ਜਿਹੜਾ ਇਹ ਛੋਟਾ ਜਰਨੈਲ ਉਹਨੂੰ ਤਿਲਕ ਨਗਰ ਤੋਂ, ਇੱਕ ਚਾਂਦਨੀ ਚੌਕ ਤੋਂ ਪ੍ਰਹਲਾਦ ਸਿੰਘ ਨੂੰ 2 ਟਿਕਟਾਂ ਦਿੱਤੀਆਂ, ਬਾਕੀ 2 ਟਿਕਟਾਂ ਕੱਟ ਦਿੱਤੀਆਂ ਗਈਆਂ। ਤੇ ਜਦੋਂ ਜਾ ਕੇ ਕੋਈ ਸਿੱਖਾਂ ਨੇ ਰੋਸ ਕੀਤਾ ਸੰਜੇ ਸਿੰਘ ਕੋਲੇ, ਉਹਦਾ ਜਵਾਬ ਸੀ ਸਾਨੂੰ ਤੁਹਾਡੀ ਲੋੜ ਨਹੀਂ, ਜੇ ਇਹ ਵੀ 2 ਲੈਣੀਆਂ ਲੈ ਲਓ, ਤੁਹਾਡੀ ਮਰਜ਼ੀ। ਜੋ ਮੈਨੂੰ ਇਨਫੋਰਮੇਸ਼ਨ ਮਿਲੀ ਹੈ, ਮੈਂ ਇਹਦਾ ਦਾਅਵਾ ਨਹੀਂ ਕਰਦਾ ਕੋਈ। ਇਸ ਕਰਕੇ ਮੈਂ ਸੋਚਦਾ ਵੀ ਜਿਹੜੀਆਂ ਸਿੱਖਾਂ ਦੀ ਵੋਟ ਉੱਥੇ 6% ਆ ਦਿੱਲੀ ਦੇ ਵਿੱਚ, 13% ਮੁਸਲਮਾਨਾਂ ਦੀ ਆ। ਤੇ ਇਹਨਾਂ ਨੇ ਜੇ 4 ਦਿੱਤੀਆਂ ਤੇ 4 ਐਤਕੀ ਵੀ ਦੇ ਦਿੰਦੇ ਤੇ ਕੋਈ ਮਾੜੀ ਗੱਲ ਨਹੀਂ ਸੀ। 4 ਦੀਆਂ 4 ਸਿੱਖ ਜਿੱਤਣ ਦੀ ਉੱਥੇ ਸਮਰੱਥਾ ਰੱਖਦੇ ਆ। ਤੇ ਮੈਂ ਸੋਚਦਾ ਵੀ 2 ਟਿਕਟਾਂ ਦੇ ਜਾਂ ਨਹੀਂ ਦਿੱਤੀਆਂ ਗਿਆ, ਉਹਦਾ ਫਾਇਦਾ ਜਿਹੜਾ ਵਾ ਉਹ ਆਮ ਤੌਰ ਤੇ ਜੇ ਦੇਖ ਰਹੇ ਬੀਜੇਪੀ ਨੂੰ ਹੋਏਗਾ। ਕੋਈ ਸਿੱਖਾਂ ਨੇ ਉੱਥੇ ਕਾਂਗਰਸ ਨੂੰ ਵੋਟ ਤੇ ਪਾਉਣੀ ਨਹੀਂ, ਉਹਦਾ ਬੈਨੀਫਿਟ ਜਿਹੜੀ ਉਹ ਬਾਦਲ ਅਕਾਲੀ ਦਲ ਲਵੇਗਾ, ਉਹਦੇ ਉਮੀਦਵਾਰ ਲੈਣਗੇ, ਆਪਣੇ ਉਮੀਦਵਾਰ ਖੜੇ ਕਰਕੇ ਉੱਥੇ। ਅਜੇ ਤੱਕ ਕਾਂਗਰਸ ਨੇ ਤੇ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਨਹੀਂ ਕੀਤੀ, ਸਿਰਫ ਆਮ ਆਦਮੀ ਪਾਰਟੀ ਨੇ ਕੀਤੀ। ਲੇਕਿਨ ਸਿੱਖਾਂ ਜਿਸ ਗੱਲ ਨੂੰ ਰੋਸ ਲੈ ਕੇ ਪਾਇਆ ਜਾ ਰਿਹਾ ਵੀ ਜੋ ਕਰ ਰਿਹਾ ਕੇਜਰੀਵਾਲ ਗਲਤ ਆ, ਆਉਣ ਵਾਲੇ ਸਮੇਂ 'ਚ ਜਿਹੜਾ ਵਾ ਇਹਦਾ ਪ੍ਰਭਾਵ ਜਿਹੜਾ ਪੰਜਾਬ 'ਚ ਵੀ ਵੇਖਣ ਨੂੰ ਮਿਲੇਗਾ ਜੀ। ਭੱਟੀ ਸਾਹਿਬ, ਐਸਜੀਪੀਸੀ ਦੇ 4 ਮੈਂਬਰ ਪਾਕਿਸਤਾਨ ਜਾਣੇ ਸੀ, ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ, ਕਿਵੇਂ ਦੇਖਦੇ ਹੋ? ਵੇਖੋ ਜੀ, ਉਹ ਤੇ ਪਹਿਲਾਂ ਹੀ ਪਤਾ ਸੀ ਵੀਜ਼ਾ ਉਹਨਾਂ ਨੇ ਮਿਲਣਾ ਨਹੀਂ ਜੀ, ਕਿਉਂਕਿ ਜਦੋਂ ਕਹਿ ਜੀ ਅਸੀਂ ਉੱਥੇ ਜਾ ਕੇ ਇਹਦਾ ਮੁਆਇਨਾ ਕਰਨ ਜਾ ਰਹੇ ਹਾਂ, ਅਸੀਂ ਪੜਤਾਲ ਕਰਨ ਜਾਂਦੇ ਆ, ਉਹ ਕਹਿੰਦੇ ਤੁਸੀਂ ਪੜਤਾਲ ਕਰਨ ਵਾਲੇ ਕੌਣ ਹੋ? ਸਾਡੇ ਕੋਲ ਸਿੱਖ ਨਹੀਂ ਉੱਥੇ ਹੈਗੇ। ਤੁਹਾਨੂੰ ਸ਼ਾਇਦ ਯਾਦ ਹੋ ਗਿਆ, ਆਪਾਂ ਉਦੋਂ ਕਿਹਾ ਵੀ ਸਰਨਾ ਸਾਹਿਬ ਨੂੰ ਜਾਣਾ ਚਾਹੀਦਾ, ਲੇਕਿਨ ਸਰਨਾ ਸਾਹਿਬ ਨੇ ਕਿਹਾ ਸੀ ਮੈਂ ਇਸ ਕੰਮ ਵਾਸਤੇ ਕਿਉਂ ਜਾਵਾਂ, ਮੱਥਾ ਟੇਕਣ ਤੇ ਮੈਂ ਜਾ ਸਕਦਾ। ਉੱਥੇ ਸਰਕਾਰ ਨੇ ਲੋੜੀਂਦੀ ਕਾਰਵਾਈ ਕਰਤੀ ਹੈ, ਬੰਦੇ ਫੜ ਕੇ ਅੰਦਰ ਕਰ ਦਿੱਤੇ, ਹੋਰ ਕੀ ਕਰੇ, ਮੁਕੱਦਮਾ ਦਰਜ ਕਰ ਦਿੱਤਾ ਵਾ, ਹੋਰ ਸਰਕਾਰ ਕੀ ਕਰੇ ਇਹਦੇ ਉੱਤੇ। ਇਸ ਕਰਕੇ ਇਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਵੀ ਜੇ ਤੁਸੀਂ ਜਾਓਗੇ ਆ ਕੇ ਮੁੜ ਕੇ ਇੱਥੇ ਫਿਰ ਵੱਧ ਘੱਟ ਗੱਲਾਂ ਕਰੋਗੇ, ਉੱਥੇ ਉਹ ਹੋ ਗਿਆ ਜੀ, ਜੇ ਹੋ ਗਿਆ। ਲੇਕਿਨ ਸਰਕਾਰ ਨੇ ਆਪਣੀ ਜੋ ਕਾਨੂੰਨੀ ਕਾਰਵਾਈ ਬਣਦੀ ਸੀ ਉਹ ਕੀਤੀ ਆ। ਤੇ ਗਾਂ ਇੱਥੋਂ ਤੱਕ ਕਹਿਤਾ ਇਮਰਾਨ ਖਾਨ ਨੇ ਵੀ ਨਨਕਾਣਾ ਸਾਹਿਬ ਗੁਰਦੁਆਰੇ ਵੱਲ ਜੇ ਕਿਸੇ ਨੇ ਉਂਗਲ ਕੀਤੀ ਤੇ ਮੈਂ ਉਹਦਾ ਹੱਥ ਵੱਢ ਦੂੰਗਾ, ਜੇ ਕਿਸੇ ਨੇ ਪੈਰ ਕੀਤਾ ਤੇ ਲੱਤ ਵੱਢ ਦੂੰਗਾ। ਉਧਰ ਕਿਸੇ ਨੂੰ ਉਂਗਲ ਨਹੀਂ ਕਰਨ ਦਿੱਤੀ ਜਾਵੇ ਤੇ ਉਦੋਂ ਦੀ ਸ਼ਾਂਤੀ ਵੀ ਉੱਥੇ ਹੈਗੀ ਹੈ। ਤੇ ਇਸ ਕਰਕੇ ਇਹਦੀ ਕਮੇਟੀ ਜਿਹੜੀ ਬਣੀ ਸੀ ਪੜਤਾਲੀਆ ਕਮੇਟੀ, ਉਹਨੂੰ ਵੀਜ਼ਾ ਨਹੀਂ ਦਿੱਤਾ ਗਿਆ ਜੀ। ਬਿਲਕੁਲ। ਸੋ ਇਸ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਭੱਟੀ, ਜਿਨ੍ਹਾਂ ਨਾਲ ਅਸੀਂ ਖਬਰਾਂ ਦੇ ਉੱਤੇ ਵਿਸਤਾਰਤ ਗੱਲਬਾਤ ਕੀਤੀ, ਬੜੀਆਂ ਅਹਿਮ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸੋ ਸਭ ਤੋਂ ਅਹਿਮ ਖਬਰ ਜਿਹੜੀ ਸੀਗੀ ਉਹ ਸੀਗੀ ਕਿ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਅਕਾਲੀ ਦਲ ਦੇ ਹੋਰ ਵੀ ਲੀਡਰ ਜਿਹੜੇ ਆ, ਹੋਰ ਵੱਡੇ ਚਿਹਰੇ ਜਿਹੜੇ ਆ ਉਹ ਟੁੱਟ ਕੇ ਜਿਹੜੇ ਆ ਉਹ ਜਾ ਸਕਦੇ ਆ, ਸ਼ਾਮਲ ਹੋ ਸਕਦੇ ਉਹਨਾਂ ਦੇ ਵਿੱਚ। ਉਹਨਾਂ ਵੱਲੋਂ ਵੀ ਇੱਕ ਪ੍ਰੋਗਰਾਮ ਜਿਹੜਾ ਆ ਉਹ 18 ਤਰੀਕ ਨੂੰ ਦਿੱਲੀ ਦੇ ਵਿੱਚ ਰੱਖਿਆ ਗਿਆ ਆ। ਉਸ ਤੋਂ ਬਾਅਦ ਦੇ ਵਿੱਚ ਅਕਾਲੀ ਦਲ ਜਿਹੜਾ ਆ ਉਸ ਨੂੰ ਹੋਰ ਵੀ ਝਟਕੇ ਜਿਹੜੇ ਆ ਉਹ ਲੱਗ ਸਕਦੇ ਆ। ਸੋ ਅੱਜ ਦੇ ਪ੍ਰੋਗਰਾਮ ਕਰੰਟ ਅਫੇਅਰ ਦਾ ਸਮਾਂ ਜਿਹੜਾ ਇੱਥੇ ਸਮਾਪਤ ਹੁੰਦਾ ਆ। ਤੁਹਾਡੇ ਤੋਂ ਇੱਥੇ ਆਗਿਆ ਚਾਹਾਂਗੇ, ਬੁਲਾਉਂਦੇ ਆ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।